ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ। ਦੋਸਤੋ ਅੱਜ ਅਸੀਂ ਹਾਜ਼ਰ ਹੋਏ ਹਾਂ ਪੰਜਾਬੀ ਦਾ ਦੂਜਾ ਲੈਕਚਰ ਯਾਨੀ ਕਿ ਵਿਆਕਰਨ ਬਾਰੇ ਪੜ੍ਹਾਂਗੇ। ਵਿਆਕਰਨ ਕੀ ਹੁੰਦੀ ਹੈ। ਸੋ ਇਹ ਜਿਹੜੇ ਲੈਕਚਰ ਚੱਲ ਰਹੇ ਨੇ ਇਸ 'ਚ ਅਸੀਂ ਪੂਰੀ ਕੰਪਲੀਟ ਤੁਹਾਨੂੰ ਪੰਜਾਬੀ ਬਾਰੇ ਪੜ੍ਹਾਵਾਂਗੇ। ਠੀਕ ਹੈ। ਸੋ ਵਿਆਕਰਨ ਕੀ ਹੁੰਦੀ ਹੈ। ਵਿਆਕਰਨ ਇੱਕ ਮੂਲ ਰੂਪ ਦੇ ਵਿੱਚ ਇੱਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਵਿਸ਼ਲੇਸ਼ਣ ਕਰਨਾ, ਯਾਨੀ ਕਿ ਕਿਸੇ ਅੱਖਰ ਨੂੰ ਜੋੜਨਾ, ਖੋਲ੍ਹਣਾ, ਕਿਸੇ ਸਮੂਹ ਦੇ ਅੰਗਾਂ ਨੂੰ ਵੱਖ ਕਰਨਾ। ਇਸ ਨੂੰ ਅੰਗਰੇਜ਼ੀ 'ਚ ਅਸੀਂ ਗ੍ਰਾਮਰ ਵੀ ਕਹਿੰਦੇ ਹਾਂ, ਯਾਨੀ ਅਸੀਂ ਪੰਜਾਬੀ 'ਚ ਵਿਆਕਰਨ ਕਹਿ ਦਿੰਦੇ ਹਾਂ ਅਤੇ ਅੰਗਰੇਜ਼ੀ 'ਚ ਉਸਨੂੰ ਕੀ ਕਹਿ ਦਿੰਦੇ ਹਾਂ, ਗ੍ਰਾਮਰ, ਯਾਨੀ ਕਿ ਵਿਸ਼ਲੇਸ਼ਣ ਕਰਨਾ। ਵਿਆਕਰਨ ਦਾ ਸੰਬੰਧ ਭਾਸ਼ਾ ਨਾਲ ਹੈ। ਕਿਸੇ ਵੀ ਭਾਸ਼ਾ ਨੂੰ ਸ਼ੁੱਧ ਅਤੇ ਸਪਸ਼ਟ ਰੂਪ ਵਿੱਚ ਲਿਖਣ, ਪੜ੍ਹਨ ਅਤੇ ਸਮਝਣ ਲਈ ਵਿਦਵਾਨਾਂ ਵੱਲੋਂ ਕੁਝ ਨਿਯਮ ਬਣਾਏ ਗਏ ਹਨ। ਉਹਨਾਂ ਨਿਯਮਾਂ ਦੇ ਸੰਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ, ਵਿਆਕਰਨ ਕਿਹਾ ਜਾਂਦਾ ਹੈ। ਯਾਨੀ ਕੋਈ ਵੀ ਭਾਸ਼ਾ ਹੈ, ਕੋਈ ਵੀ ਲੈਂਗੁਏਜ ਹੈ, ਉਸ ਨੂੰ ਲਿਖਣ ਪੜ੍ਹਨ ਲਈ ਕੁਝ ਨਿਯਮ ਬਣਾਏ ਗਏ ਨੇ ਵਿਦਵਾਨਾਂ ਵੱਲੋਂ, ਅਤੇ ਉਹਨਾਂ ਨਿਯਮਾਂ ਦੇ ਗਰੁੱਪ ਨੂੰ ਕੀ ਕਹਿ ਦਿੰਦੇ ਆਪਾਂ, ਵਿਆਕਰਨ ਕਹਿ ਦਿੰਦੇ ਹਾਂ। ਠੀਕ ਹੈ। ਹੁਣ ਵਿਆਕਰਨ ਦੇ ਭਾਗ ਹੁੰਦੇ ਨੇ ਮੋਟੇ ਮੋਟੇ ਦੇ ਤਿੰਨ ਮੁੱਖ ਭਾਗ ਹੁੰਦੇ ਹਨ, ਯਾਨੀ ਤਿੰਨ ਮੁੱਖ ਅੰਗ ਮੰਨੇ ਗਏ ਹਨ। ਕਿਹੜੇ ਕਿਹੜੇ? ਇੱਕ ਵਰਨ ਬੋਧ, ਸ਼ਬਦ ਬੋਧ, ਵਾਕ ਬੋਧ। ਵਰਨ ਬੋਧ ਯਾਨੀ ਕਿ ਜਿਹਦੇ ਵਿੱਚ ਆਪਾਂ ਨੂੰ ਵਰਨਾਂ ਬਾਰੇ ਦੱਸਿਆ ਗਿਆ ਹੋਵੇ। ਠੀਕ ਹੈ। ਸ਼ਬਦ ਯਾਨੀ ਜਿਹਦੇ 'ਚ ਸ਼ਬਦਾਂ ਬਾਰੇ, ਵਾਕ ਬੋਧ ਯਾਨੀ ਕਿ ਵਾਕਾਂ ਬਾਰੇ। ਆਪਾਂ ਹੁਣ ਇਹਨਾਂ ਨੂੰ ਪੜ੍ਹਦੇ ਹਾਂ ਇੱਕ ਵਾਰੀ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਵਰਨ ਬੋਧ। ਵਰਨ ਬੋਧ ਦਾ ਅਰਥ ਹੈ ਜਾਣਕਾਰੀ ਜਾਂ ਗਿਆਨ, ਯਾਨੀ ਵਰਨ ਦਾ ਅਰਥ ਕੀ ਹੈ, ਅੱਖਰ ਜਾਂ ਧੁਨੀ। ਵਰਨ ਬੋਧ ਤੋਂ ਬਾਅਦ ਭਾਵ ਯਾਨੀ ਕਿ ਅੱਖਰਾਂ ਦੀ ਜਾਣਕਾਰੀ, ਯਾਨੀ ਆਪਣੀ ਜਿਵੇਂ ਪੰਜਾਬੀ ਦੇ ਵਿੱਚ ਵਰਨ ਬੋਧ ਯਾਨੀ ਪੰਜਾਬੀ 'ਚ ਜਿੰਨੇ ਵੀ ਅੱਖਰ ਨੇ ਊੜੇ ਤੋਂ ਲੈ ਕੇ ਰਾੜੇ ਤੱਕ ਜਿੰਨੇ ਵੀ ਆਪਣੇ ਅੱਖਰ ਨੇ ਜਾਂ ਉਹਨਾਂ ਦੀ ਧੁਨੀਆਂ ਨੇ, ਉਹਨਾਂ ਦੀ ਜਾਣਕਾਰੀ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵਰਨ ਬੋਧ ਕਹਿ ਦਿੰਦੇ ਹਾਂ। ਯਾਨੀ ਕਿ ਵਿਆਕਰਨ ਦੇ ਜਿਸ ਭਾਗ ਵਿੱਚ ਵਰਨਾਂ ਦੀ ਜਾਣਕਾਰੀ ਦਿੱਤੀ ਜਾਵੇ, ਯਾਨੀ ਅੱਖਰਾਂ ਦੀ ਜਾਣਕਾਰੀ ਦਿੱਤੀ ਜਾਵੇ, ਉਸ ਨੂੰ ਵਰਨ ਬੋਧ ਕਿਹਾ ਜਾਂਦਾ ਹੈ। ਇਸ 'ਚ ਹੁੰਦਾ ਕੀ ਹੈ, ਵਰਨਾਂ ਬਾਰੇ, ਵਰਨਾਂ ਦੀ ਵੰਡ ਵੀ, ਉਹਦੇ ਵਿੱਚ ਕਿਹੜੇ ਸਵਰ ਨੇ, ਕਿਹੜੇ ਵਿਅੰਜਨ ਨੇ, ਲਗਾ ਮਾਤਰਾਵਾਂ ਕਿੰਨੀਆਂ ਨੇ, ਲਗਾ ਖਾਰ ਕਿੰਨੇ ਨੇ, ਅਤੇ ਉਹਨਾਂ ਦੇ ਨਿਯਮਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਇਸ ਬਾਰੇ ਆਪਾਂ ਸੰਖੇਪ ਰੂਪ ਵਿੱਚ ਚਾਨਣਾ ਪਾਉਂਦੇ ਹਾਂ। ਠੀਕ ਹੈ। ਦੇਖੋ ਬੱਚੇ, ਸਮਝ ਆ ਗਿਆ। ਵਰਨ ਬੋਧ ਦੇ ਵਿੱਚ ਕੀ ਹੈ, ਇੱਕ ਤਾਂ ਅੱਖਰਾਂ ਬਾਰੇ ਜਾਣਕਾਰੀ ਹੋਊਗੀ ਵੀ ਕਿੰਨੇ ਅੱਖਰ ਨੇ। ਵਰਨ ਵੰਡ, ਜਿਹੜੇ ਅੱਖਰ ਨੇ ਉਹ ਕਿਸ ਤਰ੍ਹਾਂ ਦੇ, ਉਹਨਾਂ 'ਚੋਂ ਕਿਹੜੇ ਸਵਰ ਨੇ, ਕਿਹੜੇ ਵਿਅੰਜਨ ਨੇ, ਲਗਾ ਮਾਤਰਾਵਾਂ ਕਿੰਨੀਆਂ ਨੇ, ਲਗਾ ਖਾਰ ਕਿੰਨੀਆਂ ਨੇ। ਠੀਕ ਹੈ। ਜਿਵੇਂ ਸਾਡੇ ਕੋਲ ਪਹਿਲਾਂ ਵਰਨ ਬਾਰੇ ਪੜ੍ਹਦੇ ਹਾਂ, ਵਰਨਮਾਲਾ। ਸਾਡੇ ਕੋਲ ਵਰਨ ਕਿੰਨੇ ਨੇ, ਊੜੇ ਤੋਂ ਲੈ ਕੇ ਲੱਲੇ ਪੈਰਬਿੰਦੀ ਤੱਕ ਸਾਡੇ ਕੋਲ ਕੀ ਨੇ, ਵਰਨ ਨੇ। ਠੀਕ ਹੈ ਜੀ। ਹੁਣ ਵਰਨ ਵੰਡ ਕੀ ਹੋ ਗਈ। ਹੁਣ ਇਹਨਾਂ ਜਿਹੜੇ ਵਰਨਾਂ ਦੇ ਵਿੱਚ ਜਿਹੜੇ ਸਵਰ ਨੇ ਉਹ ਊੜਾ, ਐੜਾ, ਈੜੀ, ਇਹ ਸਾਡੇ ਕੋਲ ਸਵਰ ਨੇ, ਅਤੇ ਬਾਕੀ ਜਿਹੜੇ ਨੰਬਰ ਰਹਿ ਗਏ ਉਹ ਸਾਰੇ ਕੀ ਨੇ, ਸੱਸੇ ਤੋਂ ਲੈ ਕੇ ਲੱਲੇ ਤੱਕ ਆਪਣੇ ਕੋਲ ਇਹ ਵਿਅੰਜਨ ਨੇ। ਹੁਣ ਲਗਾ ਮਾਤਰਾਵਾਂ ਕੀ ਹੈ, ਜਿਵੇਂ ਕਿ ਮੁਕਤਾ, ਕੰਨਾ, ਸਿਆਰੀ, ਬਿਹਾਰੀ, ਔਂਕੜ, ਦਲੈਂਕੜ, ਲਾਂ, ਦੁਲਾਂ, ਹੋੜਾ, ਘਨੋੜਾ, ਇਹ ਸਾਡੇ ਕੋਲ ਕੀ ਨੇ, ਲਗਾ ਮਾਤਰਾਵਾਂ ਨੇ। ਲਗਾਖਰ ਕੀ ਹੋ ਗਏ, ਬਿੰਦੀ ਹੋ ਗਈ, ਟਿੱਪੀ ਹੋ ਗਈ, ਅੱਧਕ ਹੋ ਗਈ, ਬਿੰਦੀ ਹੋ ਗਈ, ਟਿੱਪੀ ਹੋ ਗਈ, ਅੱਧਕ ਹੋ ਗਈ, ਇਹ ਕੀ ਹੋ ਗਈਆਂ, ਸਾਡੇ ਕੋਲ ਲਗਾਖਾਰ ਹੋ ਗਏ। ਯਾਨੀ ਇਹਨਾਂ ਦੀ ਜਾਣਕਾਰੀ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵਰਨ ਬੋਧ। ਠੀਕ ਹੈ ਜੀ। ਵਿਆਕਰਨ ਦੇ ਵਿੱਚ ਤਿੰਨ ਭਾਗਾਂ 'ਚ ਹੋ ਗਏ, ਵਰਨ ਬੋਧ, ਸ਼ਬਦ ਬੋਧ ਅਤੇ ਵਾਕ ਬੋਧ। ਹੁਣ ਸ਼ਬਦ ਬੋਧ ਦੇ ਵਿੱਚ ਕੀ ਹੈ, ਵਿਆਕਰਨ ਦੇ ਜਿਸ ਭਾਗ ਵਿੱਚ ਸ਼ਬਦਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ ਉਸ ਨੂੰ ਅਸੀਂ ਸ਼ਬਦ ਬੋਧ ਕਹਿੰਦੇ ਹਾਂ, ਯਾਨੀ ਜਿਹਦੇ ਵਿੱਚ ਸਾਨੂੰ ਸ਼ਬਦਾਂ ਬਾਰੇ ਦੱਸਿਆ ਜਾਂਦਾ ਹੈ। ਠੀਕ ਹੈ। ਇਸ ਵਿੱਚ ਸ਼ਬਦ ਦੀ ਬਣਤਰ ਵੀ, ਸ਼ਬਦ ਕਿਵੇਂ ਦੇ ਨੇ, ਸ਼ਬਦ ਰਚਨਾ, ਸ਼ਬਦ ਦੀਆਂ ਸ਼੍ਰੇਣੀਆਂ, ਸ਼ਬਦ ਰੂਪਾਂਤਰਣ, ਸ਼ਬਦ ਦੇ ਅਰਥ, ਸਬੰਧਾਂ, ਪਦ ਵੰਡ ਦੀ ਵਿਆਖਿਆ ਕੀਤੀ ਜਾਂਦੀ ਹੈ। ਠੀਕ ਹੈ। ਯਾਨੀ ਸ਼ਬਦਾਂ ਬਾਰੇ ਸਾਰਾ ਕੁਛ। ਹੁਣ ਮੈਂ ਇਹਨਾਂ ਨੂੰ ਸਮਝਾਉਂਦੇ ਆਪਾਂ ਕਿਵੇਂ। ਸਭ ਤੋਂ ਪਹਿਲਾਂ ਤਾਂ ਸ਼ਬਦ ਦੀ ਬਣਤਰ, ਯਾਨੀ ਸ਼ਬਦ ਜੋੜ ਕੇ, ਜਿਵੇਂ ਆਪਣੇ ਕੋਲ ਜਿੰਨੇ ਵਰਨ ਨੇ, ਜਿਵੇਂ ਐੜਾ, ਦੱਦਾ, ਰਰਾ, ਕੱਕਾ, ਇਹਨਾਂ ਵਰਨਾਂ ਨੂੰ ਜੋੜ ਕੇ ਸਾਡੇ ਕੋਲ ਕੀ ਬਣਦਾ ਜੀ, ਸ਼ਬਦ ਬਣਦਾ। ਅਦਰਕ, ਸਕੂਲ, ਠੀਕ ਹੈ, ਪੰਜਾਬ, ਯਾਨੀ ਇਹ ਵਰਨਾਂ ਨੂੰ ਜੋੜ ਕੇ ਬਣਿਆ ਸਾਡੇ ਕੋਲ ਸ਼ਬਦ ਜੋੜ। ਸ਼ਬਦ ਰਚਨਾ ਯਾਨੀ ਦੋ ਸ਼ਬਦਾਂ ਨੂੰ ਜੋੜ ਕੇ ਸਾਡੇ ਕੋਲ, ਜਿਵੇਂ ਹਾਰ ਪਲੱਸ ਜਿੱਤ, ਸਮਾਸੀ ਸ਼ਬਦ ਕੀ ਬਣ ਗਿਆ, ਹਾਰ ਜਿੱਤ। ਸੋਨਾ ਪਲੱਸ ਚਾਂਦੀ, ਇਹ ਦੋ ਸ਼ਬਦਾਂ ਨੂੰ ਜੋੜ ਕੇ ਇਹ ਸੋਨਾ ਚਾਂਦੀ, ਇਹ ਕੀ ਹੋ ਗਈ, ਸਾਡੀ ਸ਼ਬਦਾਂ ਤੋਂ ਅੱਗੀ ਬਣੀ ਰਚਨਾ। ਇਸ ਤਰ੍ਹਾਂ ਦੇ ਵਰਡਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਸਮਾਸੀ ਸ਼ਬਦ ਕਹਿ ਦਿੰਦੇ ਹਾਂ, ਜਿਹੜੇ ਸ਼ਬਦਾਂ ਤੋਂ ਜੁੜ ਕੇ ਬਣਦੇ ਨੇ। ਠੀਕ ਹੈ। ਦੋ ਸ਼ਬਦਾਂ ਤੋਂ। ਤਾਂ ਇਹ ਸ਼ਬਦ ਸ਼੍ਰੇਣੀਆਂ, ਸ਼ਬਦ ਸ਼੍ਰੇਣੀਆਂ ਦੇ ਵਿੱਚ ਸਾਡੇ ਕੋਲ ਦੇਖੋ ਜਿਹੜੀ ਸ਼੍ਰੇਣੀ ਹੁੰਦੀ ਉਹ 'ਚ ਕੀ ਆਉਂਦੇ ਨੇ, ਨਾਂਵ ਹੋ ਗਏ ਆਪਣੇ, ਪੜ੍ਹਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸ਼ਮਕ। ਇਹਨਾਂ ਨੂੰ ਆਪਾਂ ਅੱਗੇ ਜਾ ਕੇ ਥੋੜ੍ਹਾ ਜਿਹਾ ਡੀਪਲੀ ਪੜ੍ਹਾਂਗੇ। ਅੱਗੇ ਆਪਣੇ ਕੋਲ ਸ਼ਬਦ ਰੂਪਾਂਤਰਣ ਆ ਜਾਂਦਾ। ਸ਼ਬਦ ਰੂਪਾਂਤਰਣ 'ਚ ਕਿਵੇਂ, ਜਿਵੇਂ ਨਾਂਵ ਤੋਂ ਵਿਸ਼ੇਸ਼ਣ, ਜਿਵੇਂ ਈਰਖਾ, ਤਾਂ ਈਰਖਾ ਤੋਂ ਕੀ ਬਣ ਗਿਆ ਸਾਡਾ, ਈਰਖਾਲੂ, ਇਹਦੀ ਵਿਸ਼ੇਸ਼ਤਾ ਹੋ ਗਈ। ਠੰਡ ਤੋਂ ਕੀ ਬਣਿਆ, ਠੰਡਾ, ਯਾਨੀ ਠੰਡਾ ਕੀ ਹੋ ਗਈ, ਇਸ ਦੀ ਵਿਸ਼ੇਸ਼ਤਾ ਹੋ ਗਈ। ਨਾਂਵ ਤੋਂ ਕਿਰਿਆ,
ਕਿਰਿਆ ਕਿਵੇਂ, ਜਿਵੇਂ ਹਾਸਾ, ਹਾਸਾ ਸਾਡਾ ਨਾਂਵ ਹੈ, ਇਸ ਤੋਂ ਕਿਰਿਆ ਕਿਵੇਂ ਹੋ ਗਈ, ਬਣ ਗਈ ਬੱਚੇ ਹੱਸਣਾ। ਚਮਕ, ਚਮਕ ਤੋਂ ਕਿਰਿਆ ਕੀ ਬਣ ਗਈ, ਚਮਕਣਾ। ਯਾਨੀ ਸ਼ਬਦ ਰੂਪਾਂਤਰਣ ਹੋ ਗਿਆ, ਯਾਨੀ ਨਾਂਵ ਤੋਂ ਕਿਸੇ ਵਿਸ਼ੇਸ਼ਣ 'ਚ ਕਨਵਰਟ ਹੋਣਾ ਜਾਂ ਨਾਂਵ ਤੋਂ ਕਿਰਿਆ। ਇਹਨਾਂ ਬਾਰੇ ਅੱਗੇ ਆਪਾਂ ਡੀਪਲੀ ਪੜ੍ਹਾਂਗੇ, ਜਸਟ ਇਹ ਨੌਲੇਜ ਹੈ ਇਹਨਾਂ ਬਾਰੇ। ਸ਼ਬਦ ਦੇ ਅਰਥ ਸੰਬੰਧ, ਜਿਵੇਂ ਵਿਰੋਧੀ ਸ਼ਬਦ ਹੋ ਗਏ, ਇਹ ਵੀ ਇਸ 'ਚ ਹੀ ਆ ਗਏ, ਸ਼ਬਦ ਬੋਧ ਦੇ ਵਿੱਚ ਹੀ। ਅਮੀਰ, ਗਰੀਬ, ਵਿਰੋਧੀ ਸ਼ਬਦ ਕੀ ਹੋ ਗਏ, ਜਿਵੇਂ ਅਮੀਰ ਦਾ ਉਲਟਾ ਸ਼ਬਦ ਵਿਰੋਧੀ ਸ਼ਬਦ ਗਰੀਬ। ਆਮਦਨ ਦਾ ਉਲਟਾ ਕੀ ਹੋ ਗਿਆ, ਗਰੀਬ। ਸਮਾਨਾਰਥਕ ਹੋ ਗਏ, ਜਿਵੇਂ ਸਮਾਨਾਰਥਕ ਸ਼ਬਦ ਕਿਹੜੇ ਹੁੰਦੇ ਨੇ, ਜਿਨ੍ਹਾਂ ਦੇ ਇੱਕੋ ਹੀ ਮਤਲਬ, ਜਿਵੇਂ ਖੁਸ਼ੀ, ਖੁਸ਼ੀ ਨੂੰ ਆਪਾਂ ਹੋਰ ਕੀ ਕਹਿ ਸਕਦੇ ਹਾਂ, ਪ੍ਰਸੰਨਤਾ ਯਾਨੀ ਚਾਅ ਜਾਂ ਖੇੜਾ ਆਨੰਦ, ਠੀਕ ਹੈ। ਜ਼ਮੀਨ ਨੂੰ ਪ੍ਰਿਥਵੀ, ਧਰਤੀ, ਭੂਮੀ, ਭੋਏ, ਇਹ ਆਪਾਂ ਅੱਗੇ ਸਾਰੇ ਇਹਨਾਂ ਬਾਰੇ ਫਿਰ ਪੜਾਂਗੇ, ਠੀਕ ਹੈ। ਜਿਵੇਂ ਪਦਵੰਡ, ਪਦਵੰਡ 'ਚ ਕੀ ਆ ਜਾਂਦਾ, ਸ਼ਬਦ ਸ਼੍ਰੇਣੀਆਂ ਦੀ ਵੰਡ ਆ ਜਾਂਦੀ ਹੈ। ਜਿਵੇਂ ਨਾਂਵ, ਨਾਂਵ ਦੇ ਪ੍ਰਕਾਰ, ਲਿੰਗ, ਵਚਨ, ਕਾਰਕ, ਕਾਰਕ ਰੂਪ, ਕਿਰਿਆ, ਸੰਬੰਧ ਆਦਿ, ਇਹ ਪਦਵੰਡ 'ਚ ਆ ਜਾਂਦੀ ਹੈ। ਬਹੁ ਅਰਥ ਸ਼ਬਦ ਹੋ ਜਾਂਦੇ ਆ, ਜਿਵੇਂ ਉੱਤਰ, ਦਿਸ਼ਾ, ਜਵਾਬ, ਉਤਰਨਾ, ਖੱਟੀ ਕਮਾਈ, ਰੰਗ, ਇਹ ਸਾਰੇ ਆਪਣੇ ਕੋਲ ਪਦਵੰਡ ਦੇ ਵਿੱਚ ਆਉਂਦੇ ਨੇ, ਠੀਕ ਹੈ। ਇਸੇ ਤਰ੍ਹਾਂ ਤੀਜਾ ਵਰਡ ਆ ਜਾਂਦਾ ਆਪਣੇ ਕੋਲ ਵਾਕ ਬੋਧ। ਹੁਣ ਵਾਕ ਬੋਧ ਕੀ ਹੈ, ਵਿਆਕਰਨ ਦੇ ਜਿਸ ਭਾਗ ਵਿੱਚ ਵਿਆਕਰਨ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਜਾਵੇ, ਉਸ ਨੂੰ ਅਸੀਂ ਕੀ ਕਹਿੰਦੇ ਆ, ਵਾਕ ਬੋਧ ਕਹਿੰਦੇ ਆ, ਯਾਨੀ ਵਿਆਕਰਨ ਬਾਰੇ, ਠੀਕ ਹੈ। ਇਸ ਭਾਗ ਵਿੱਚ ਵਾਕ ਦੀ ਬਣਤਰ, ਵਾਕ ਵੰਡ, ਵਾਕ ਵਟਾਂਦਰਾ, ਵਾਚ, ਵਿਸ਼ਰਾਮ ਚਿੰਨ੍ਹ ਆਦਿ ਨਿਯਮਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਯਾਨੀ ਕਿਤੇ ਕਿਤੇ ਇਸ 'ਚ ਵਾਕਾਂ ਬਾਰੇ ਵੀ ਵਾਕ ਕਿਵੇਂ ਦੇ ਬਣਦੇ ਨੇ, ਵਾਕਾਂ ਦੀ ਵੰਡ ਕਿਵੇਂ ਹੈ, ਠੀਕ ਹੈ। ਵਿਸ਼ਰਾਮ ਚਿੰਨ੍ਹ ਵਗੈਰਾ, ਜਿਵੇਂ ਵਾਕ ਮੈਂ ਦੱਸਦਾ, ਵਾਕ ਬਣਤਰ ਕਿਵੇਂ ਵੀ ਵਾਕ ਦੇ ਕਿਸੇ ਚੀਜ਼ ਸਭ ਤੋਂ ਪਹਿਲਾਂ ਕਰਤਾ ਆਊਗਾ, ਫਿਰ ਕਰਮ ਆਊਗਾ, ਇਹ ਕਿਰਿਆ ਆਊਗਾ। ਜਿਵੇਂ ਉਹ ਹਾਕੀ ਖੇਡਦਾ ਹੈ, ਠੀਕ ਹੈ, ਇਹ ਕੀ ਹੈ, ਵਾਕ ਬਣਤਰ, ਠੀਕ ਹੈ। ਵੀ ਇਹ ਪਾਸਟ ਦਾ ਟੈਂਸ ਹੈ, ਫਿਊਚਰ ਦਾ ਟੈਂਸ ਹੈ, ਠੀਕ ਹੈ, ਜਿਵੇਂ ਉਸ ਤਰ੍ਹਾਂ ਕਹਿ ਸਕਦੇ ਹਾਂ। ਵਾਕ ਵੰਡ, ਬਣਤਰ ਦੇ ਕਾਰਜ ਦੇ ਆਧਾਰ 'ਤੇ ਵਾਕ ਹੁੰਦੇ ਆ ਸੰਯੁਕਤ, ਸਧਾਰਨ ਵਾਕ, ਮਿਸ਼ਰਤ, ਪ੍ਰਸ਼ਨਵਾਚਕ, ਵਿਸ਼ਮਕ ਆਦਿ। ਵਾਕ ਵਟਾਂਦਰਾ, ਸਧਾਰਨ ਤੋਂ ਸੰਯੁਕਤ, ਸਧਾਰਨ ਤੋਂ ਮਿਸ਼ਰਤ, ਵਿਸ਼ਰਾਮ ਚਿੰਨ੍ਹ ਯਾਨੀ ਡੰਡੀ, ਕੌਮਾ, ਪ੍ਰਸ਼ਨ ਚਿੰਨ੍ਹ, ਵਿਸ਼ਰਾਮ, ਯਾਨੀ ਇਹਨਾਂ ਸਾਰਿਆਂ ਦੀ ਜਾਣਕਾਰੀ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ, ਵਾਕ ਬੋਧ ਕਹਿ ਦਿੰਦੇ ਹਾਂ। ਆਪਾਂ ਇਹਨਾਂ ਬਾਰੇ ਅੱਗੇ ਜਾ ਕੇ ਧਿਆਨ ਨਾਲ ਪੜ੍ਹਾਂਗੇ, ਜਸਟ ਇਹ ਥੋੜ੍ਹਾ ਜਿਹਾ ਨੌਲੇਜ ਹੈ ਵੀ ਆਪਣੇ ਵਿਆਕਰਨ ਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਨੇ, ਠੀਕ ਹੈ ਜੀ। ਹੁਣ ਆਪਾਂ ਪੜ੍ਹਦੇ ਹਾਂ ਸਭ ਤੋਂ ਪਹਿਲਾਂ। ਅੱਛਾ, ਫੁਟਕਲ ਦੇ ਵਿੱਚ ਹੋਰ ਕੀ ਪੜ੍ਹਾਂਗੇ, ਵਿਆਕਰਨ ਦੇ ਵਿੱਚ ਵਾਕਾਂਸ਼, ਆਪਣੇ ਮੁਹਾਵਰੇ, ਖਾਣਾ, ਠੀਕ ਹੈ। ਇਹ ਸਾਰੀਆਂ ਜਿਹੜੀ ਚੀਜ਼ਾਂ ਆ ਜਾਣਗੀਆਂ, ਇਹ ਵੀ ਸਾਡਾ ਵਿਆਕਰਨ ਦਾ ਹੀ ਭਾਗ ਨੇ, ਠੀਕ ਹੈ। ਜਿਵੇਂ ਵਿਆਕਰਨ, ਜਿਵੇਂ ਵਾਕਾਂਸ਼ ਕੀ ਹੋ ਗਈ, ਜਿਵੇਂ ਅੱਖਾਂ ਦਾ ਤਾਰਾ, ਇਸ ਨੂੰ ਕੀ ਕਹਿੰਦੇ ਆ, ਬਹੁਤ ਪਿਆਰਾ। ਅੱਗ ਦੇ ਭਾਅ ਯਾਨੀ ਬਹੁਤ ਮਹਿੰਗਾ। ਮੁਹਾਵਰੇ, ਉੱਲੂ ਸਿੱਧਾ ਕਰਨਾ ਹੈ, ਇਹਦਾ ਮਤਲਬ ਕੀ ਹੈ, ਆਪਣਾ ਮਤਲਬ ਕੱਢਣਾ। ਹੱਥ ਮਲਣਾ ਯਾਨੀ ਪਛਤਾਣਾ। ਛਿੱਲ ਲਾਣੀ ਯਾਨੀ ਬਹੁਤ ਲੁੱਟਣਾ। ਅਖਾਣ ਕਿਵੇਂ ਦੇ ਹੁੰਦੇ ਨੇ, ਜਿਵੇਂ ਇੱਕ ਪੰਥ ਦੋ ਕਾਜ, ਯਾਨੀ ਕਿਸੇ ਇੱਕ ਕੰਮ ਨਾਲ ਦੋ ਲਾਭ ਦਾ ਹੋਣਾ। ਸੋ ਇਹ ਸਾਡੇ ਸਾਰਾ ਵਿਆਕਰਨ ਦਾ ਹੀ ਪਾਰਟ ਹੈ। ਹਜੇ ਤੱਕ ਬੱਚੇ ਮੈਂ ਤੁਹਾਨੂੰ ਇਹ ਵਿਆਕਰਨ ਸਮਝਾਈ ਨਹੀਂ, ਜਸਟ ਆਪਾਂ ਇਹ ਦੱਸਿਆ ਵੀ ਵਿਆਕਰਨ ਦੇ ਸਾਡੇ 3 ਹਿੱਸੇ ਨੇ, ਠੀਕ ਹੈ। ਵਰਨਬੋਧ, ਜਿਸ 'ਚ ਅਸੀਂ ਆਪਾਂ ਅੱਖਰਾਂ ਬਾਰੇ ਪੜ੍ਹਿਆ, ਅੱਖਰਾਂ ਦੇ ਵਿੱਚ ਕੀ ਹੁੰਦਾ, ਆਪਣੀ ਵਰਨਾਂ ਬਾਰੇ, ਵਰਨਾਂ ਦੀ ਬਣਤਰ ਕਿਵੇਂ ਹੈ ਅਤੇ ਉਹਨਾਂ ਦੇ ਲਗਾਖਰ ਮੁਕਤਾ। ਦੂਜਾ ਆ ਗਿਆ ਆਪਣੇ ਕੋਲ ਸ਼ਬਦ ਬੋਧ, ਸ਼ਬਦਾਂ ਜਿੰਨੇ ਇਸ ਤਰ੍ਹਾਂ ਦੇ ਸ਼ਬਦ ਹੋਣਗੇ। ਤੀਜਾ ਆਪਣਾ ਕੀ ਆ ਜਾਂਦਾ, ਵਾਕ ਬੋਧ ਜਾਂ ਫੁਟਕਲ, ਠੀਕ ਹੈ। ਹੁਣ ਅਸੀਂ ਪੜ੍ਹਦੇ ਹਾਂ, ਪਹਿਲਾਂ ਅਸੀਂ ਵਰਨ ਬਾਰੇ ਪੜ੍ਹਾਂਗੇ, ਠੀਕ ਹੈ। ਕੀ ਪੜ੍ਹਾਂਗੇ, ਵਰਨ ਬਾਰੇ। ਸੋ ਵਰਨ ਦਾ ਅਰਥ ਹੈ, ਪਹਿਲਾਂ ਵੀ ਦੱਸ ਚੁੱਕੇ ਹਾਂ, ਅੱਖਰ ਜਾਂ ਚਿੰਨ੍ਹ, ਠੀਕ ਹੈ। ਵਰਨਾਂ ਦਾ ਸੰਬੰਧ ਧੁਨੀਆਂ ਦੇ ਨਾਲ, ਉਚਾਰਨ ਨਾਲ ਹੁੰਦਾ ਹੈ। ਮਨੁੱਖ ਆਪਣੇ ਮੂੰਹ ਪੋਲ ਵਿਚਲੇ ਅੰਗਾਂ ਜਿਵੇਂ ਬੁੱਲ, ਜੀਭ, ਤਾਲੂ, ਕਾਂ, ਕੰਠ, ਦੰਦ, ਨੱਕ, ਸਤੰਤਰ ਨਾਲ ਕਈ ਤਰ੍ਹਾਂ ਦੀਆਂ ਧੁਨੀਆਂ ਉਚਾਰਦਾ ਹੈ, ਠੀਕ ਹੈ। ਉਹਨਾਂ ਧੁਨੀਆਂ ਨੂੰ ਜਿਹੜੇ ਲਿਖਦੇ ਆ, ਉਸ ਨੂੰ ਕੀ ਕਹਿੰਦੇ ਆਪਾਂ, ਵਰਨ ਕਹਿ ਦਿੰਦੇ ਹਾਂ। ਯਾਨੀ ਉਚਾਰਨ ਅੰਗਾਂ ਵੱਲੋਂ ਉਚਰਿਤ ਕੀਤੀਆਂ ਗਈਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਵਰਤੇ ਗਏ ਚਿੰਨ੍ਹਾਂ ਨੂੰ ਵਰਨ ਕਿਹਾ ਜਾਂਦਾ ਹੈ। ਜੋ ਵੀ ਆਪਾਂ ਬੋਲਦੇ ਹਾਂ, ਉਚਾਰਨ ਕਰਦੇ ਹਾਂ, ਉਸ ਨੂੰ ਲਿਖਣ ਵਿੱਚ ਜਿਹੜੀ ਚਿੰਨ੍ਹ ਯੂਜ਼ ਹੁੰਦੇ ਨੇ, ਉਹਨਾਂ ਨੂੰ ਕੀ ਕਹਿੰਦੇ ਆਪਾਂ, ਵਰਨ, ਠੀਕ ਹੈ ਜੀ। ਸੋ ਕਹਿੰਦੇ ਜਦੋਂ ਵਰਨਾਂ ਨੂੰ, ਧੁਨੀਆਂ ਨੂੰ ਜਦੋਂ ਕਿਸੇ ਖਾਸ ਲਿਖਤੀ ਰੂਪ ਵਿੱਚ ਦੇ ਦਿੱਤਾ ਜਾਂਦਾ ਹੈ ਤਾਂ ਉਹ ਕੀ ਬਣ ਜਾਂਦੀ ਹੈ, ਲਿਪੀ ਬਣ ਜਾਂਦੀ ਹੈ। ਜਿਹੜੀ ਸਾਡੀ ਧੁਨੀਆਂ ਜਦੋਂ ਉਸ ਨੂੰ ਲਿਖਦੇ ਹਾਂ ਤਾਂ ਉਹਨੂੰ ਕਿਸੇ ਖਾਸ ਲਿਖਤੀ ਰੂਪ ਵਿੱਚ ਲਿਖਦੇ ਹਾਂ, ਜਿਸ ਰੂਪ ਦੇ ਵਿੱਚ ਲਿਖਦੇ ਹਾਂ ਬੱਚੇ, ਉਹ ਸਾਡੀ ਕੀ ਬਣ ਜਾਂਦੀ ਹੈ, ਲਿਪੀ ਹੁੰਦੀ ਹੈ, ਠੀਕ ਹੈ। ਭਾਵ ਵਰਨਾਂ ਨੂੰ ਚਿੰਨ੍ਹਾਂ ਵਿੱਚ ਅੰਕਿਤ ਕਰਨ ਦੇ ਵੱਖ-ਵੱਖ ਵਿਸ਼ੇਸ਼ ਢੰਗ ਨੂੰ ਲਿਪੀ ਕਿਹਾ ਜਾਂਦਾ ਹੈ। ਹਰ ਭਾਸ਼ਾ ਦੀ ਆਪਣੀ ਵੱਖਰੀ ਲਿਪੀ ਹੁੰਦੀ ਹੈ, ਠੀਕ ਹੈ। ਹਰ ਭਾਸ਼ਾ ਦੀ ਆਪਣੀ ਲਿਪੀ ਅਲੱਗ ਹੁੰਦੀ ਹੈ। ਜਿਵੇਂ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਹੈ, ਗੁਰਮੁਖੀ ਲਿਪੀ ਹੈ। ਅਤੇ ਇਸ 'ਚ ਵਰਨ ਕਿਹੜੇ ਕਿਹੜੇ ਹੋ ਗਏ, ਊੜਾ, ਕੱਕਾ, ਖੱਖਾ, ਚੱਚਾ, ਤੱਤਾ, ਪੱਪਾ, ਐੜਾ, ਸਾਰੇ ਇਹ ਜਿੰਨੇ ਵੀ ਵਰਨ ਨੇ, ਇਹ ਸਾਰੇ ਪੰਜਾਬੀ ਭਾਸ਼ਾ ਦੇ। ਹਿੰਦੀ ਭਾਸ਼ਾ ਲਈ ਕਿਹੜੀ ਹੈ, ਦੇਵਨਾਗਰੀ ਲਿਪੀ ਹੈ, ਠੀਕ ਹੈ। ਜਿਵੇਂ ਅ, ਸ, ਕ, ਪ, ਜ, ਰ, ਠੀਕ ਹੈ। ਅੰਗਰੇਜ਼ੀ ਭਾਸ਼ਾ ਲਈ ਕਿਹੜੀ ਲਿਪੀ ਹੈ, ਰੋਮਨ ਲਿਪੀ ਹੈ। ਉਹ 'ਚ A B C D ਵਗੈਰਾ
ਇਹ ਸਾਰੇ ਆਪਣੇ ਕੋਲ ਆਉਂਦੇ ਨੇ। ਠੀਕ ਹੈ ਜੀ, ਸਮਝ ਆਇਆ। ਲਿਪੀ ਵਕਤ ਕੀ ਹੋ ਗਏ ਵੀ ਜਿਹੜੀਆਂ ਸਾਡੀਆਂ ਮੂੰਹ 'ਚੋਂ ਆਵਾਜ਼ਾਂ ਨਿਕਲਦੀਆਂ ਨੇ ਉਸ ਨੂੰ ਲਿਖਤੀ ਰੂਪ ਲਿਖਣ ਵਿੱਚ ਜਿਹੜੇ ਚਿੰਨ੍ਹ ਯੂਜ਼ ਹੁੰਦੇ ਨੇ ਉਹਨਾਂ ਨੂੰ ਕੀ ਕਹਿ ਦਿੰਦੇ ਅਸੀਂ ਲਿਪੀ ਕਹਿ ਦਿੰਦੇ ਹਾਂ। ਅਤੇ ਆਪਣੀ ਪੰਜਾਬੀ ਭਾਸ਼ਾ ਦੀ ਲਿਪੀ ਕੀ ਹੈ? ਗੁਰਮੁਖੀ ਲਿਪੀ, ਜਿਵੇਂ ਊੜਾ ਐੜਾ ਈੜੀ। ਹਿੰਦੀ ਭਾਸ਼ਾ ਦੀ ਦੇਵਨਾਗਰੀ ਹੈ। ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਹੈ। ਠੀਕ ਹੈ ਜੀ, ਜੇ ਸਮਝ ਆ ਰਿਹਾ ਹੋਵੇ ਬੱਚੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਸ਼ੇਅਰ ਵੀ ਕਰੋ ਆਪਣੇ ਦੋਸਤਾਂ ਦੇ ਵਿੱਚ। ਠੀਕ ਹੈ, ਸੋ ਵਰਨਮਾਲਾ, ਤਾਂ ਹੁਣ ਵਰਨਮਾਲਾ ਪੜ੍ਹਦੇ ਹਾਂ। ਵਰਨਮਾਲਾ 'ਚ ਕੀ ਹੈ? ਵਰਨਾਂ ਦੀ ਮਾਲਾ। ਵਰਨਾਂ ਯਾਨੀ ਕਿ ਅੱਖਰਾਂ ਨੂੰ ਕਿਸੇ ਨਿਸ਼ਚਿਤ ਤਰਤੀਬ ਅਨੁਸਾਰ ਮਾਲਾ ਵਾਂਗ ਪਰੋਣ ਦੀ ਕਲਾ ਨੂੰ ਵਰਨਮਾਲਾ ਕਿਹਾ ਜਾਂਦਾ ਹੈ। ਠੀਕ ਹੈ, ਯਾਨੀ ਆਪਣੇ ਜਿੰਨੇ ਵੀ ਅੱਖਰ ਨੇ, ਠੀਕ ਹੈ, ਉਹਨੂੰ ਲਿਖਣਾ। ਪੰਜਾਬੀ ਵਰਨਮਾਲਾ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ। ਇਸ ਵਿੱਚ ਕਿੰਨੇ ਵਰਨ ਹਨ? 41 ਵਰਨ ਹਨ। ਆਪਣੇ ਕਿੰਨੇ ਵਰਨ ਹਨ? 41 ਵਰਨ। ਠੀਕ ਹੈ, ਜਿਵੇਂ ਊੜੇ ਤੋਂ ਲੈ ਕੇ ਲੱਲੇ ਤੱਕ। ਠੀਕ ਹੈ, ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਹੈ। ਇਸ ਦੇ ਵਿੱਚ ਕੁੱਲ ਕਿੰਨੇ ਵਰਨ ਹਨ? 41 ਵਰਨ, ਯਾਨੀ ਊੜੇ ਤੋਂ ਲੈ ਕੇ ਲੱਲੇ ਤੱਕ। ਇਸ ਦੇ ਵਿੱਚ 10 ਲਗਾ ਮਾਤਰਾ ਹਨ। 10 ਲਗਾ ਕਿਹੜੀ ਕਿਹੜੀਆਂ? ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜ, ਲਾਂ, ਦੁਲਾਵਾਂ, ਹੋੜਾ, ਘਨੋੜਾ, ਯਾਨੀ ਕਿ ਇਹ 10 ਲਗਾ ਨੇ ਸਾਡੇ ਕੋਲ। ਅਤੇ ਸਾਡੇ ਕੋਲ 3 ਲਗਾਖਾਰ ਨੇ। ਕਿਹੜੇ ਕਿਹੜੇ? ਬਿੰਦੀ, ਟਿੱਪੀ ਅਤੇ ਅੱਧਕ। ਇਹ ਸਾਡੇ ਕੋਲ 3 ਲਗਾਖਾਰ ਹਨ। ਠੀਕ ਹੈ ਜੀ, ਸਮਝ ਆਇਆ ਸਭ ਨੂੰ। ਗੁਰਮੁਖੀ ਲਿਪੀ ਦੀ ਵਿਸ਼ੇਸ਼ਤਾਵਾਂ ਦੇਖੋ ਕੀ ਹੈ। ਆਪਣੀ ਗੁਰਮੁਖੀ ਲਿਪੀ ਹੈ ਜਿਹੜੀ ਵਰਨਮਾਲਾ ਤਰਤੀਬ ਵਿਗਿਆਨਕ ਹੈ। ਜਿਵੇਂ ਹਰ ਵਰਗ ਵਿੱਚ 5 ਵਰਨ ਆਉਂਦੇ ਨੇ। ਕਿੰਨੇ ਆਉਂਦੇ ਨੇ? 5 ਵਰਨ ਆਉਂਦੇ ਹਨ। ਠੀਕ ਹੈ, ਗੁਰਮੁਖੀ ਲਿਪੀ ਕੋਲ ਹਰ ਆਵਾਜ਼ ਲਈ ਧੁਨੀ ਲਈ ਵੱਖਰਾ ਵਰਨ ਮੌਜੂਦ ਹੈ। ਠੀਕ ਹੈ, ਮਤਲਬ ਕੋਈ ਵੀ ਆਵਾਜ਼ ਹੈ ਉਸ ਦੇ ਲਈ ਵੱਖਰਾ ਤਾਂ ਵਰਨ ਹੈ, ਜਦਕਿ ਦੂਜੀਆਂ ਲਈ ਭਾਸ਼ਾਵਾਂ ਵਿੱਚ ਇੱਕ ਆਵਾਜ਼ ਲਈ 2 ਚਿੰਨ੍ਹ ਲਾਏ ਜਾਂਦੇ ਹਨ। ਇਸ ਲਈ ਇਸ ਨੂੰ ਦੁਚਿੱਤੀ ਬਣੀ ਰਹਿਣ ਦੀ ਸੰਭਾਵਨਾ ਰਹਿੰਦੀ ਹੈ। ਜਿਵੇਂ ਸੱਸਾ ਧੁਨੀ ਲਈ ਗੁਰਮੁਖੀ ਲਿਪੀ ਵਿੱਚ ਕੇਵਲ ਇੱਕ ਹੀ ਵਰਨ ਹੈ, ਸੱਸਾ, ਜਦਕਿ ਅੰਗਰੇਜ਼ੀ ਵਿੱਚ ਸੱਸੇ ਵਾਸਤੇ ਐਸ ਅਤੇ ਸੀ 2 ਵਰਨ ਹਨ। ਠੀਕ ਹੈ, ਇਸ ਤਰੀਕੇ ਨਾਲ ਗੁਰਮੁਖੀ ਵਿੱਚ ਮਹਾਪੁਰਾਣ ਧੁਨੀਆਂ ਨੂੰ ਲਿਖਣ ਲਈ ਕੇਵਲ ਇੱਕ ਵੱਖਰਾ ਵਰਨ ਮੌਜੂਦ ਹੈ, ਜਦਕਿ ਅੰਗਰੇਜ਼ੀ ਵਿੱਚ 2 ਵਰਨਾਂ ਨੂੰ ਜੋੜ ਕੇ ਇਸ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੰਜਾਬੀ 'ਚ ਘੱਗਾ ਲਿਖਦੇ ਹਾਂ ਤਾਂ ਅੰਗਰੇਜ਼ੀ 'ਚ ਘੱਗਾ ਲਿਖਣਾ ਤਾਂ GH ਲਿਖਿਆ ਜਾਊਗਾ। ਭੱਬਾ ਲਿਖਦੇ ਹਾਂ ਤਾਂ ਉੱਥੇ ਅੰਗਰੇਜ਼ੀ 'ਚ BH ਲਿਖਿਆ ਜਾਂਦਾ ਹੈ। ਠੀਕ ਹੈ, ਕਈ ਵਾਰੀ ਅੰਗਰੇਜ਼ੀ ਦੇ ਸ਼ਬਦਾਂ ਵਿੱਚ ਬਹੁਤ ਸਾਰੇ ਵਰਨ ਆਵਾਜ਼ ਰਹਿਤ ਹੁੰਦੇ ਹਨ, ਯਾਨੀ ਕਿ ਸਾਇਲੈਂਟ ਵਰਡ ਹੁੰਦੇ ਨੇ, ਪਰ ਪੰਜਾਬੀ 'ਚ ਐਵੇਂ ਦਾ ਨਹੀਂ ਹੁੰਦਾ। ਜਿਵੇਂ ਨਾਈਫ, ਠੀਕ ਹੈ, ਇੱਥੇ K ਸਾਇਲੈਂਟ ਹੈ। ਠੀਕ ਹੈ, ਗੁਰਮੁਖੀ ਵਿੱਚ ਲਿਪੀ ਵਿੱਚ ਸਵਰਗਾਂ ਨਾਲ ਲੱਗਣ ਵਾਲੀ ਲਗਾਂ ਨਿਸ਼ਚਿਤ ਹਨ। ਠੀਕ ਹੈ, ਚਲੋ ਇਸ ਦੀ ਤੁਸੀਂ ਛੱਡ ਵੀ ਸਕਦੇ ਹੋ। ਅੱਗੇ ਚੱਲਦੇ ਹਾਂ। ਗੁਰਮੁਖੀ ਲਿਪੀ ਵਿੱਚ 41 ਵਰਨ ਹਨ। ਕਿੰਨੇ ਵਰਨ ਸਾਡੇ ਕੋਲ? 41, ਜਿਨ੍ਹਾਂ ਨੂੰ ਅਸੀਂ 2 ਭਾਗਾਂ ਵਿੱਚ ਵੰਡਦੇ ਹਾਂ। ਜਿਵੇਂ ਕਿ 41 ਦੇ ਵਿੱਚ ਊੜੇ ਤੋਂ ਲੈ ਕੇ ਲੱਲੇ ਤੱਕ ਸਾਡੇ ਕੋਲ 41 ਵਰਡ ਨੇ, ਤਾਂ ਉਹਦੇ ਵਿੱਚ ਸਵਰ ਅਤੇ ਇੱਕ ਵਿਅੰਜਨ ਹੁੰਦੇ ਨੇ। ਠੀਕ ਹੈ, ਹੁਣ ਸਵਰਨ ਕਿਹੜੇ ਕਿਹੜੇ ਹੋ ਗਏ? ਸਾਡੇ ਊੜਾ, ਐੜਾ, ਈੜੀ, ਜਿਸ ਨੂੰ ਆਪਾਂ ਅੰਗਰੇਜ਼ੀ 'ਚ ਕੀ ਕਹਿ ਦਿੰਦੇ ਹਾਂ? ਵੋਵਲਸ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਹ ਸਾਡੇ ਸਵਰ ਹੋ ਗਏ। ਇਹ ਸਾਡੇ ਕਿਹੜੇ ਹੋ ਗਏ? ਬਾਕੀ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਇਹ ਸਾਰੇ ਕੀ ਹੋ ਗਏ? ਸਾਡੇ ਵਿਅੰਜਨ ਹੋ ਗਏ। ਕੀ ਹੋ ਗਏ ਜੀ? ਵਿਅੰਜਨ ਹੋ ਗਏ ਸਾਡੇ ਕੋਲ। ਠੀਕ ਹੈ, ਸਵਰ ਕੀ ਹੁੰਦੇ ਨੇ? ਯਾਨੀ ਵੋਵਲ ਕਹਿ ਦਿੰਦੇ ਹਾਂ ਉਹ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਪੌਣ ਬੇਰੋਕ ਨਿਕਲੇ, ਉਹਨਾਂ ਨੂੰ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਇਹਨਾਂ ਧੁਨੀਆਂ ਦੀ ਗਿਣਤੀ ਕਿੰਨੀ ਹੈ? 3। ਜਿਵੇਂ ਊੜਾ, ਐੜਾ, ਈੜੀ ਬੇਰੋਕ ਨਿਕਲਦੇ ਨੇ। ਇਹਨਾਂ ਨੂੰ ਸਵਰ ਸਵਾਹਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ 10 ਮਾਤਰਾਵਾਂ ਨੂੰ ਪ੍ਰਗਟ ਕਰਦੇ ਹਨ। ਜਿਵੇਂ ਐੜਾ, ਐੜੇ ਦੇ ਕੰਨਾ, ਐੜੇ ਸਿਹਾਰੀ, ਬਿਹਾਰੀ, ਊੜ, ਔਂਕੜ, ਦਲੈਂਕੜ, ਲਾਵਾਂ, ਦਲਾਵਾਂ, ਔਂਕੜ। ਠੀਕ ਹੈ, ਹੋੜਾ, ਘਨੋੜਾ। ਠੀਕ ਹੈ, ਇਸ ਤਰੀਕੇ ਨਾਲ ਸਮਝ ਆਇਆ ਬੱਚੇ। ਸਵਰ ਕਿਹੜੇ ਹੋ ਗਏ? ਊੜਾ, ਐੜਾ, ਈੜੀ, ਇਹ ਸਾਡੇ ਕੋਲ 3 ਸਵਰ ਨੇ। ਇਸੇ ਤਰ੍ਹਾਂ ਵਿਅੰਜਨ ਕਿਹੜੇ ਹੋ ਗਏ? ਉਹ ਧੁਨੀਆਂ ਜਿਨ੍ਹਾਂ ਨੂੰ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਪੌਣ ਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ 'ਤੇ ਰੋਕ ਪਾ ਕੇ ਉਚਾਰਿਆ ਜਾਂਦਾ ਹੈ। ਦੇਖੋ ਸਵਰ ਕਿਹੜੇ ਹੋ ਗਏ? ਜਿਨ੍ਹਾਂ ਨੂੰ ਬਿਨਾਂ ਰੋਕ ਆਉਂਦੇ ਨੇ, ਇਹ ਰੁਕਣਾ ਪੈਂਦਾ ਕਿਤੇ ਨਾ ਕਿਤੇ, ਇਹਨਾਂ ਨੂੰ ਵਿਅੰਜਨ ਕਹਿੰਦੇ ਨੇ। ਜੀਭ ਕਦੇ ਤਾਲੂ ਨਾਲ, ਕਦੇ ਦੰਦਾਂ ਨਾਲ, ਕਦੇ ਦੰਦਾਂ ਅਤੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ। ਕਈ ਵਾਰ ਕੋਈ ਧੁਨੀ ਉਚਾਰਨ ਵੇਲੇ ਦੋਵੇਂ ਬੁੱਲ ਮਿੱਟੇ ਜਾਂਦੇ ਹਨ ਜਾਂ ਆਵਾਜ਼ ਨੱਕ ਰਾਹੀਂ ਨਿਕਲਦੀ ਹੈ, ਇਹ ਵਿਅੰਜਨ ਅਖਵਾਉਂਦੇ ਹਨ। ਦੇਖੋ ਜਿਹੜੇ ਤਾਂ ਬਿਨਾਂ ਰੋਕ ਤੋਂ ਨਿਕਲੇ ਦੈਟ ਇਜ਼ ਸਵਰ ਹੋ ਗਏ, ਔਰ ਜਿਹੜੇ ਕਦੇ ਕਦੇ ਰੁਕਦੇ ਆ, ਕਦੇ ਤਾਲੂ ਨਾਲ ਲੱਗ ਗਿਆ, ਕਦੇ ਦੰਦਾਂ ਨਾਲ ਲੱਗ ਗਿਆ, ਕਦੇ ਦੰਦਾਂ 'ਤੇ ਅੰਦਰਲੇ ਪਾਸੇ ਛੁੰਦੀ ਹੈ ਜੀਭ, ਤਾਂ ਬੁੱਲ ਮਿਚ ਜਾਂਦੇ ਹਨ, ਆਵਾਜ਼ ਨੱਕ ਰਾਹੀਂ ਨਿਕਲਦੀ ਹੈ, ਤਾਂ ਇਹਨਾਂ ਸਾਰਿਆਂ ਨੂੰ ਅਸੀਂ ਕੀ ਕਹਿੰਦੇ ਹਾਂ? ਵਿਅੰਜਨ ਕਹਿ ਦਿੰਦੇ ਹਾਂ। ਪੰਜਾਬੀ ਵਿੱਚ ਸੱਸੇ ਤੋਂ ਲੈ ਕੇ ਰਾੜੇ ਤੱਕ ਵਿਅੰਜਨ ਧੁਨੀਆਂ ਹਨ। ਠੀਕ ਹੈ, ਹੁਣ ਵਿਅੰਜਨਾਂ ਦੀ ਵੰਡ। ਹੁਣ ਵੰਡ ਦੇਖੋ ਕਿਸ ਤਰ੍ਹਾਂ ਕੀਤੀ ਗਈ ਹੈ। ਅਸੀਂ ਉਚਾਰਨ ਸੁਧਾਰ ਦੇ ਆਧਾਰ 'ਤੇ ਇਹਨਾਂ ਦੀ ਵੰਡ ਅਸੀਂ ਇਸ ਤਰੀਕੇ ਨਾਲ ਕੀਤੀ ਹੈ। ਪਹਿਲੇ ਕਿਹੜੇ ਹੁੰਦੇ? ਕੰਠੀ ਵਿਅੰਜਨ।
ਕੰਠੀ ਵਿਅੰਜਨ ਕਿਹੜੇ ਹੋ ਗਏ ਬੱਚੇ? ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨਾਲ ਲੱਗੇ, ਉਹ ਕੰਠੀ ਵਿਅੰਜਨ ਹੁੰਦੇ ਹਨ। ਯਾਨੀ ਕਿ ਜੀਭ ਦਾ ਪਿਛਲਾ ਹਿੱਸਾ ਕਿਹਦੇ ਨਾਲ ਲੱਗੇ? ਤਾਲੂ ਨਾਲ ਲੱਗੇ। ਠੀਕ ਹੈ, ਤੁਸੀਂ ਆਪ ਬੋਲ ਕੇ ਦੇਖੋ, ਜਿਵੇਂ ਕੱਕਾ, ਕੱਕਾ ਬੋਲਦੇ ਹੋ ਤਾਂ ਤੁਹਾਡੇ ਤਾਲੂ ਨਾਲ ਲੱਗਦਾ। ਖੱਖਾ ਜੀਭ ਤੁਹਾਡੇ ਲੱਗਦੀ ਹੈ। ਗੱਗਾ, ਘੱਗਾ, ਅਈਆਂ। ਸੋ ਮਤਲਬ ਇਹਦੇ ਵਿੱਚ ਕੀ ਹੋ ਗਿਆ, ਤੁਹਾਡੀ ਜਿਹੜਾ ਜੀਭ ਦਾ ਪਿਛਲਾ ਹਿੱਸਾ ਉਹ ਤਾਲੂ ਨਾਲ ਲੱਗਦਾ। ਠੀਕ ਹੈ, ਇਸ ਲਈ ਇਸ ਨੂੰ ਕੀ ਕਹਿੰਦੇ ਨੇ? ਕੰਠੀ ਵਿਅੰਜਨ ਕਹਿ ਦਿੰਦੇ ਆ। ਠੀਕ ਹੈ, ਦੂਜੇ ਹੁੰਦੇ ਨੇ ਸਾਡੇ ਕੋਲ ਬੱਚੇ ਤਾਲਵੀ, ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਕੋਮਲ ਤਾਲੂ ਨਾਲ ਛੂਹੇ। ਠੀਕ ਹੈ, ਇਹ ਕੀ ਹੈ? ਪਿਛਲਾ ਹਿੱਸਾ ਛੂਹੇ। ਇਹ ਕੀ ਹੈ? ਅਗਲਾ ਹਿੱਸਾ ਤਾਲੂ ਨੂੰ ਛੂੰਹਦਾ। ਠੀਕ ਹੈ, ਜਿਵੇਂ ਉਹਨੂੰ ਤਾਲਵੀ ਵਿਅੰਜਨ ਕਹਿੰਦੇ ਨੇ। ਜਿਵੇਂ ਚੱਚਾ, ਅੱਗਾ ਦੇਖੋ ਅਗਲੇ ਤਾਲੇ ਨੂੰ ਛੂੰਹਦਾ। ਦੇਖੋ ਚੱਚਾ ਬੋਲ ਕੇ ਦੇਖੋ ਤੁਸੀਂ, ਛੱਛਾ ਹੈ ਨਾ, ਅੱਗ ਜੀਭ ਦਾ ਅਗਲਾ ਹਿੱਸਾ ਤਾਲੂ ਨੂੰ ਛੂੰਹਦਾ। ਜੱਜਾ ਹੈ ਨਾ, ਝੱਜਾ, ਵਾਵਾ, ਇਹ ਯਾਨੀ ਕਿ ਅਗਲਾ ਹਿੱਸਾ ਤੁਹਾਡਾ ਤਾਲੂ ਨੂੰ ਛੂੰਹਦਾ, ਤਾਂ ਇਹ ਹੋ ਗਈ ਤਾਲਵੀ। ਕੰਠੀ ਯਾਨੀ ਕਿ ਜੀਭ ਦਾ ਪਿਛਲਾ ਹਿੱਸਾ ਤਾਲੂ ਨੂੰ ਛੂਵੇ। ਠੀਕ ਹੈ ਜੀ। ਕੁਝ ਉਲਟੀ ਜੀਭ ਵਿਅੰਜਨ ਹੁੰਦੇ ਨੇ, ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਨੋਕ ਵਾਲਾ ਹਿੱਸਾ ਉਲਟ ਕੇ ਕੋਮਲ ਤਾਲੂ ਨੂੰ ਛੂਹੇ। ਠੀਕ ਹੈ, ਉਲਟ ਕੇ, ਉਸ ਨੂੰ ਉਲਟੀ ਜੀਭੀ ਵਿਅੰਜਨ ਕਹਿੰਦੇ ਨੇ। ਯਾਨੀ ਅਗਲਾ ਹਿੱਸਾ, ਜੀਭ ਦਾ ਅਗਲਾ ਹਿੱਸਾ ਉਹ ਉਲਟ ਕੇ ਛੂਹੇ। ਜਿਵੇਂ ਟੈਂਕਾ, ਟੈਂਕਾ 'ਚ ਦੇਖੋ ਤੁਹਾਡਾ ਜਿਹੜੀ ਜੀਭ ਅਗਲਾ ਹਿੱਸਾ ਹੈ ਉਹ ਉਲਟ ਕੇ ਉੱਪਰ ਨੂੰ ਛੂਹੇਗੀ। ਟੈਂਕਾ ਉਲਟ ਜਾਏਗੀ। ਠੱਠਾ, ਤੁਹਾਡੀ ਜੀਭ ਦੇਖੋ ਮੁੜ ਕੇ ਉੱਪਰ ਨੂੰ ਜਾਊਗੀ। ਡੱਡਾ, ਠੀਕ ਹੈ, ਢੱਡਾ, ਨਾਣਾ, ਇਸ ਦੇ ਵਿੱਚ ਤੁਹਾਡੇ ਜੀਭ ਦਾ ਅਗਲਾ ਹਿੱਸਾ ਕੋਣ ਦਾ ਉਹ ਕੀ ਹੈ? ਉਲਟ ਕੇ ਤਾਲੂ ਨੂੰ ਛੂੰਹਦਾ। ਠੀਕ ਹੈ, ਉਸ ਤੋਂ ਬਾਅਦ ਦੰਤੀ ਵਿਅੰਜਨ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜ ਕੇ ਧੁਨੀ ਉਚਾਰੇ, ਉਸ ਨੂੰ ਦੰਤੀ ਵਿਅੰਜਨ ਕਹਿੰਦੇ ਨੇ। ਯਾਨੀ ਜੀਭ ਦਾ ਅਗਲਾ ਹਿੱਸਾ ਦੰਦਾਂ ਨਾਲ ਜੁੜੇ। ਠੀਕ ਹੈ, ਜਿਵੇਂ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਯਾਨੀ ਜੀਭ ਦਾ ਅਗਲਾ ਹਿੱਸਾ ਸਾਡਾ ਦੰਦਾਂ ਨਾਲ ਛੂੰਹਦਾ ਹੈ। ਠੀਕ ਹੈ, ਇਸ ਨੂੰ ਦੰਤੀ ਵਿਅੰਜਨ ਕਹਿ ਦਿੰਦੇ ਆਪਾਂ। ਠੀਕ ਹੈ ਜੀ। ਨਾਸਕੀ ਵਿਅੰਜਨ, ਨਾਸਕੀ ਵਿਅੰਜਨ ਕੀ ਹੁੰਦੇ ਨੇ? ਜਾਂ ਧੁਨੀਆਂ ਜਿਹੜੀ ਨੱਕ ਰਾਹੀਂ ਆਵਾਜ਼ ਆਉਂਦੀ ਹੈ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਆਵਾਜ਼ ਨੱਕ ਰਾਹੀਂ ਨਿਕਲੇ, ਉਹ ਨਾਸਕੀ ਵਿਅੰਜਨ ਹੁੰਦੇ ਹਨ। ਠੀਕ ਹੈ, ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਆਵਾਜ਼ ਨੱਕ ਰਾਹੀਂ ਨਿਕਲੇ, ਉਹ ਨਾਸਕੀ ਵਿਅੰਜਨ ਹੁੰਦੇ ਨੇ। ਜਿਵੇਂ ਅਈਆਂ, ਵਾਵਾਂ, ਨਾਣਾ, ਮੰਮਾ, ਨੰਨਾ, ਮੰਮਾ। ਸੋ ਇਹਨਾਂ 'ਚ ਜਿਹੜੀ ਆਵਾਜ਼ ਹੈ ਸਾਡੇ ਕੋਲ ਨੱਕ ਰਾਹੀਂ ਨਿਕਲਦੀ ਹੈ। ਸੋ ਇਹ ਕੀ ਹੋ ਜਾਂਦੇ ਨੇ? ਨਾਸਕੀ ਵਿਅੰਜਨ। ਬੱਚੇ ਇਹਨਾਂ 'ਚੋਂ ਕੁਐਸਚਨ ਤੁਹਾਡੇ ਕੋਲ ਜ਼ਰੂਰ ਬਣਦੇ ਨੇ, ਕਿਹੜੇ ਨਾਸਕੀ ਵਿਅੰਜਨ ਨੇ, ਕਿਹੜੇ ਦੰਤੀ ਵਿਅੰਜਨ ਨੇ। ਠੀਕ ਹੈ, ਸੋ ਕਿਹੜੇ ਉਲਟੀ ਜੀਭੀ ਨੇ। ਇਹ ਬੱਚੇ ਇਹਨਾਂ ਨੂੰ ਤੁਸੀਂ ਜ਼ਰੂਰ ਪੜ੍ਹਿਓ, ਇਹਨਾਂ ਦੇ ਨੋਟਸ ਜ਼ਰੂਰ ਬਣਾਇਓ, ਕਿਉਂਕਿ ਇਹਨਾਂ ਵਿੱਚੋਂ ਕੁਐਸਚਨ ਤੁਹਾਨੂੰ ਪੇਪਰ 'ਚ ਬਣ ਸਕਦਾ ਹੈ। ਠੀਕ ਹੈ, ਸਾਹ ਦੀ ਮਾਤਰਾ ਦੇ ਆਧਾਰ 'ਤੇ ਵਿਅੰਜਨ ਦੀ ਵਰਗ ਵੰਡ ਹੈ। ਸਾਹ ਦੀ ਮਾਤਰਾ ਦੇ ਆਧਾਰ 'ਤੇ ਵਿਅੰਜਨ ਨੂੰ ਦੋ ਹਿੱਸਿਆਂ ਵਿੱਚ ਵੰਡੇ ਗਏ ਹਨ। ਅੱਗੇ ਦੇਖੋ ਸਾਹ ਦੇ ਹਿਸਾਬ ਨਾਲ, ਇੱਕ ਅਲਪ ਪ੍ਰਾਣ, ਇੱਕ ਮਹਾਪ੍ਰਾਣ। ਠੀਕ ਹੈ, ਸਾਹ ਦੀ ਮਾਤਰਾ 'ਤੇ। ਠੀਕ ਹੈ, ਅਲਪ ਪ੍ਰਾਣ ਕਿਹੜੇ ਹੋ ਗਏ? ਜਿਹੜੇ ਵਿਅੰਜਨ ਦੇ ਉਚਾਰਨ ਸਮੇਂ ਥੋੜ੍ਹੀ ਮਾਤਰਾ ਵਿੱਚ ਸਾਹ ਬਾਹਰ ਨਿਕਲੇ, ਉਹ ਅਲਪ ਪ੍ਰਾਣ ਵਿਅੰਜਨ ਹੁੰਦੇ ਹਨ। ਮਤਲਬ ਥੋੜ੍ਹਾ ਸਾਹ ਨਿਕਲੇ ਬਾਹਰ। ਜਿਵੇਂ ਪਹਿਲੇ ਕੱਕਾ, ਖੱਖਾ, ਕੱਕਾ, ਚੱਚਾ, ਟੈਂਕਾ, ਤੱਤਾ, ਪੱਪਾ। ਤੀਜੇ ਵਰਨ ਗੱਗਾ, ਜੱਜਾ, ਡੱਡਾ, ਦੱਦਾ, ਬੱਬਾ। ਠੀਕ ਹੈ, ਇਸ ਤਰ੍ਹਾਂ ਦੇ। ਮਹਾਪ੍ਰਾਣ ਕੀ ਹੋ ਗਏ? ਜਿਹੜੇ ਵਿਅੰਜਨ ਦੇ ਉਚਾਰ ਦੇ ਸਮੇਂ ਮਾਤਰਾ ਵਿੱਚ ਸਾਹ ਬਾਹਰ ਨਿਕਲੇ, ਉਹ ਮਹਾਪ੍ਰਾਣ ਹੁੰਦੇ ਹਨ। ਠੀਕ ਹੈ, ਮਤਲਬ ਜ਼ਿਆਦਾ ਨਿਕਲੇ। ਇਹ ਕਿਹੜੇ ਕਿਹੜੇ ਹੁੰਦੇ? ਦੂਜੇ ਤੇ ਚੌਥੇ ਵਰਨ ਦੇ। ਜਿਵੇਂ ਖੱਖਾ, ਛੱਛਾ, ਜ਼ਿਆਦਾ ਨਿਕਲੇ ਸਾਹ। ਠੱਠਾ, ਦੱਦਾ, ਥੱਥਾ, ਪੱਫਾ, ਘੱਗਾ, ਝੱਜਾ, ਡੱਡਾ, ਅੱਧਾ, ਪੱਬਾ, ਇਸ ਤਰ੍ਹਾਂ ਦੇ। ਠੀਕ ਹੈ, ਸੋ ਇਹ ਹੋ ਗਏ। ਹੁਣ ਅੱਗੇ ਆਉਂਦੇ ਪੈਰ 'ਚ ਬਿੰਦੀ ਵਾਲੇ ਵਰਨ। ਪੰਜਾਬੀ ਵਿੱਚ ਬਹੁਤ ਸਾਰੀ ਸ਼ਬਦੀਲੀ ਇਹੋ ਜਿਹੀ ਹੈ ਜਿਸ ਦਾ ਮੂਲ ਸਰੋਤ ਅਰਬੀ ਫਾਰਸੀ ਹੈ। ਉਸ ਨੂੰ ਪੰਜਾਬੀ ਵਿੱਚ ਤਤਸਮ ਰੂਪ ਵਿੱਚ ਅਪਣਾਇਆ ਗਿਆ ਹੈ, ਪਰ ਗੁਰਮੁਖੀ ਵਿੱਚ ਅਜਿਹੇ ਲਿਪੀ ਚਿੰਨ੍ਹ ਨਹੀਂ ਸਨ ਜੋ ਅਰਬੀ ਫਾਰਸੀ ਦੇ ਉਚਾਰਨ ਨੂੰ ਹੂਬਹੂ ਪੇਸ਼ ਕਰ ਸਕਣ। ਇਸ ਲਈ ਪਹਿਲਾਂ ਤੋਂ ਹੀ ਮੌਜੂਦ ਵਰਨਾਂ ਦੇ ਪੈਰਾਂ ਵਿੱਚ ਬਿੰਦੀ ਪਾ ਕੇ ਅਸੀਂ ਫਾਰਸੀ ਉਚਾਰਨ ਨੂੰ ਬਰਕਰਾਰ ਰੱਖਿਆ। ਮਤਲਬ ਇਸ ਤਰ੍ਹਾਂ ਦੇ ਕੋਈ ਵਰਡ ਨਹੀਂ ਸੀ, ਇਸ ਲਈ ਅਸੀਂ ਆਪਣੇ ਪੈਰਾਂ 'ਚ ਵਰਡ ਲਾ ਲਿਆ। ਜਿਵੇਂ ਸ਼, ਖ, ਗ, ਪੈਰਾਂ 'ਚ ਬਿੰਦੀ ਲਾਤੀ ਇਹਨਾਂ ਦੇ। ਤਾਂ ਜਿਵੇਂ ਖਰਗੋਸ਼, ਗਲਤ, ਖੁਸ਼ਬੂ, ਜਹਾਜ਼ ਆਦਿ। ਸੋ ਇਹ ਪੈਰਾਂ 'ਚ ਬਿੰਦੀ ਲਾ ਕੇ ਬਣ ਜਾਂਦੇ ਵਰਡ। ਠੀਕ ਹੈ, ਇਹ 6 ਵਰਡ ਬਾਅਦ 'ਚ ਯਾਦ ਕਰੇ ਸੀ ਅਸੀਂ ਐਡ। ਕਹਿੰਦਾ ਜੇਕਰ ਇਹਨਾਂ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਸ਼ਬਦਾਂ ਦੇ ਅਰਥ ਵਿੱਚ ਤਬਦੀਲੀ ਆ ਜਾਂਦੀ ਹੈ। ਕਿਵੇਂ? ਜਿਵੇਂ ਸ਼ੇਰ, ਵਜਨ ਕਿਲੋ ਕੇ ਬਰਾਬਰ। ਠੀਕ ਹੈ, ਸ਼ੇਰ ਯਾਨੀ ਜਾਨਵਰ, ਇਹ ਹੁੰਦਾ ਸ਼ੇਰ ਹੋ ਗਿਆ।
ਸ਼ੇਰ ਦਾ ਮਤਲਬ ਹੁੰਦਾ ਵਜ਼ਨ, ਯਾਨੀ ਕਿਲੋ ਦੇ ਬਰਾਬਰ ਹੁੰਦਾ ਹੈ। ਜੇ ਪੈਰ 'ਚ ਬਿੰਦੀ ਲੱਗ ਗਈ ਤਾਂ ਕੀ ਬਣ ਗਿਆ? ਸ਼ੇਰ, ਯਾਨੀ ਇਹ ਜਾਨਵਰ ਬਣ ਗਿਆ। ਬੋਲੀ ਯਾਨੀ ਭਾਸ਼ਾ, ਜੇ ਇੱਥੇ ਲਾ ਜੇ ਬੋਲੀ ਯਾਨੀ ਕੰਨ ਤੋਂ ਘੱਟ ਸੁਣਨਾ, ਠੀਕ ਹੈ, ਬੋਲੀ ਹੈ ਨਾ, ਬੋਲੀ ਇਹ ਹੋ ਗਿਆ ਬੋਲੀ ਯਾਨੀ ਭਾਸ਼ਾ। ਜੇ ਪੈਰ 'ਚ ਬਿੰਦੀ ਲੱਗੀ ਤਾਂ ਬੋਲੀ, ਬੋਲੀ ਮਤਲਬ ਕੰਨ ਤੋਂ ਘੱਟ ਸੁਣਦਾ ਹੋਵੇ ਜਿਹਨੂੰ, ਇਹਨਾਂ ਦਾ ਮਤਲਬ ਚੇਂਜ ਹੋ ਜਾਂਦੇ ਜੇ ਪੈਰ 'ਚ ਬਿੰਦੀ ਨਾ ਹੋਵੇ, ਠੀਕ ਹੈ ਜੀ। ਸੋ ਦੂਜੇ ਵਰਨਾਂ ਦੇ ਪੈਰ 'ਚ ਵਾਲੇ ਵਰਨ, ਪੰਜਾਬੀ ਵਿੱਚ ਕੇਵਲ 2 ਹੀ ਵਰਨ ਹਨ ਜਿਹੜੇ ਦੂਜੇ ਵਰਨਾਂ ਦੇ ਪੈਰਾਂ ਵਿੱਚ ਪਾਏ ਜਾਂਦੇ ਹਨ, ਉਹ ਹਨ ਹਾਹਾ ਤੇ ਰਾਰਾ। ਯਾਨੀ ਸਿਰਫ ਪੰਜਾਬੀ ਭਾਸ਼ਾ 'ਚ 2 ਵਰਨ ਐਸੇ ਨੇ ਜਿਹੜੇ ਕਿਸੇ ਦੇ ਪੈਰ 'ਚ ਪਾਉਂਦੇ ਨੇ। ਜਿਵੇਂ ਰਾਰਾ ਪੈ ਜਾਂਦਾ ਹੈ, ਰਾਰਾ ਦੀ ਵਰਤੋਂ ਉਸ ਸ਼ਬਦ 'ਤੇ ਕੀਤੀ ਜਾਂਦੀ ਹੈ ਜਿੱਥੇ 2 ਵਿਅੰਜਨਾਂ ਦਾ ਉਚਾਰਨ ਫੌਰੀ ਤੌਰ 'ਤੇ ਕੀਤਾ ਜਾਵੇ, ਠੀਕ ਹੈ। ਜਿਵੇਂ ਪ੍ਰਸ਼ਨ, ਰਾਰਾ ਨੀਚੇ ਆ ਗਿਆ, ਕਰਮ, ਤ੍ਰੈ, ਫ੍ਰੀ, ਸੋ ਯਾਨੀ ਜਲਦੀ ਕੀਤੀ ਜਾਵੇ, ਫੌਰਨ ਤੌਰ 'ਤੇ ਵਰਤੀ ਕੀਤੀ ਜਾਵੇ, ਉੱਥੇ ਪੈਰ 'ਚ ਆ ਜਾਂਦਾ। ਪੈਰ 'ਚ ਸਿਰਫ 2 ਹੀ ਵਰਨ ਪੈਂਦੇ ਨੇ, ਇੱਕ ਪੈਂਦਾ ਆਪਣੇ ਕੋਲ ਰਾਰਾ ਅਤੇ ਇੱਕ ਹੀ ਪੈਂਦਾ ਆਪਣੇ ਕੋਲ ਹਾਹਾ, ਠੀਕ ਹੈ ਜੀ। ਹੁਣ ਪੰਜਾਬੀ ਮੂਲ ਦੇ ਵਿੱਚ 3 ਮੂਲ ਸਵਰ ਹਨ, ਕਿਹੜੇ ਆਪਾਂ ਪੜ੍ਹ ਕੇ ਹਟੇ ਹਾਂ? ਊੜਾ, ਐੜਾ, ਈੜੀ। ਇਹਨਾਂ ਤਿੰਨਾਂ ਨਾਲ ਲੱਗਣ ਵਾਲੀਆਂ ਲਗਾਂ ਦੀ ਗਿਣਤੀ ਨਿਸ਼ਚਿਤ ਹੈ, ਠੀਕ ਹੈ। ਊੜਾ ਨਾਲ 3 ਲਗਾਂ ਲੱਗਦੀਆਂ ਹਨ, ਕਿਹੜੀਆਂ? ਔਂਕੜ ਲੱਗਦਾ ਹੈ ਊੜੇ ਨਾਲ, ਦਲੈਂਕੜ ਲੱਗਦਾ ਹੈ ਤੇ ਹੋੜਾ ਲੱਗਦਾ ਹੈ, ਠੀਕ ਹੈ ਜੀ। ਐੜੇ ਨਾਲ 4 ਲਗਾਂ ਲੱਗਦੀਆਂ ਹਨ, ਕਿਹੜੀ? ਮੁਕਤਾ, ਚਿੰਨ ਰਹਿਤ, ਹੈ ਨਾ, ਕੰਨਾ ਲੱਗਦਾ ਹੈ, ਦੁਲਾਵਾਂ, ਘਨੋੜਾ। ਈੜੀ ਨਾਲ ਵੀ 3 ਲੱਗਦੀਆਂ ਹਨ, ਕਿਹੜੀ? ਸਿਹਾਰੀ, ਬਿਹਾਰੀ ਤੇ ਲਾਂ ਲੱਗਦੀ ਹੈ। ਵਿਅੰਜਨਾਂ ਨਾਲ ਲਗਭਗ ਸਾਰੇ ਲਗਾਂ ਲੱਗਦੀਆਂ ਹਨ, ਠੀਕ ਹੈ। ਜਿਵੇਂ ਛੱਛੇ ਨਾਲ ਸੱਸਾ ਕੱਲਾ ਹੋ ਗਿਆ ਮੁਕਤਾ, ਸਸ਼ਾ ਹੋ ਗਿਆ ਸਿਹਾਰੀ, ਬਿਹਾਰੀ, ਛੂ, ਔਂਕੜ, ਦਲੈਂਕੜ, ਲਾਂ, ਦੁਲਾਂ, ਹੋੜਾ, ਘਨੋੜਾ। ਯਾਨੀ ਵਿਅੰਜਨਾਂ ਨਾਲ 10 ਦੇ 10 ਲੱਗਦੇ ਹਨ, ਠੀਕ ਹੈ। ਸਵਰ ਜਿਹੜੇ ਆਪਣੇ ਕੋਲ ਹੈਗੇ ਨੇ ਊੜਾ, ਐੜਾ, ਈੜੀ ਨਾਲ, ਊੜੇ ਨਾਲ 3 ਲੱਗਦੀਆਂ ਹਨ, ਔਂਕੜ, ਦਲੈਂਕੜ, ਹੋੜਾ। ਐੜੇ ਨਾਲ 4 ਲੱਗਦੀਆਂ ਹਨ, ਮੁਕਤਾ, ਕੰਨਾ, ਦੁਲਾਵਾਂ, ਘਨੋੜਾ। ਈੜੀ ਨਾਲ ਸਿਹਾਰੀ, ਬਿਹਾਰੀ ਤੇ ਲਾਂ ਲੱਗਦੀ ਹੈ, ਠੀਕ ਹੈ। ਸੋ ਇਹਦੇ 'ਚ ਵੀ ਕੁਐਸਚਨ ਬਣ ਸਕਦੇ ਨੇ ਤੁਹਾਨੂੰ, ਠੀਕ ਹੈ। ਸੋ ਅੱਗੇ ਇਹਨਾਂ ਦੇ ਬਾਰੇ ਆਪਾਂ ਕੱਲ੍ਹ ਪੜ੍ਹਾਂਗੇ। ਸੋ ਉਮੀਦ ਕਰਦਾ ਅੱਜ ਦਾ ਲੈਕਚਰ ਤੁਹਾਨੂੰ ਸਮਝ ਆਇਆ ਹੋਊਗਾ। ਸੋ ਜੇ ਲੈਕਚਰ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਦੇ ਵਿੱਚ ਵੀ ਸ਼ੇਅਰ ਕਰੋ। ਜੇਕਰ ਕਿਸੇ ਬੱਚੇ ਨੇ ਸਾਡਾ ਔਨਲਾਈਨ ਜਾਂ ਆਫਲਾਈਨ ਬੈਚ ਲਗਾਉਣਾ ਹੈ ਤਾਂ ਤੁਸੀਂ ਸਾਡੇ ਹੇਠ ਲਿਖੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਸਾਡਾ ਔਨਲਾਈਨ ਅਤੇ ਆਫਲਾਈਨ ਵਿੱਚ ਸਾਡੇ ਬਹੁਤ ਹੀ ਵਧੀਆ ਰਿਜ਼ਲਟਸ ਨੇ ਅਤੇ ਔਨਲਾਈਨ ਦੇ ਵਿੱਚ ਮੈਥ ਅਤੇ ਰੀਜ਼ਨਿੰਗ ਦਾ ਰਿਕਾਰਡਡ ਲੈਕਚਰ ਲੈਣਾ ਹੈ ਤਾਂ ਹੇਠ ਲਿਖੇ ਸਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਪ ਦਾ ਲਿੰਕ ਹੈ, ਤੁਸੀਂ ਉਸ ਤੋਂ ਪਲੇ ਸਟੋਰ 'ਤੇ ਜਾ ਕੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ 'ਚ ਦੱਸ ਵੀ ਸਕਦੇ ਹੋ। ਸੋ ਥੈਂਕ ਯੂ ਸੋ ਮਚ ਗਾਇਜ਼।